ਵਾਹਿਗੁਰੂ ਜੀ ਕੀ ਫਤਿਹ। ਸਿੱਖ ਚੈਨਲ ਦੇ ਇਸ ਹਫ਼ਤਾਵਾਰੀ ਪ੍ਰੋਗਰਾਮ ਸਿੱਖ ਵਿਰਾਸਤ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਹਰ ਹਫ਼ਤੇ ਦੀ ਤਰ੍ਹਾਂ ਅੱਜ ਫੇਰ ਆਪ ਜੀ ਦੀ ਸੇਵਾ ਦੇ ਵਿੱਚ ਇਤਿਹਾਸ ਦਾ ਅਗਲਾ ਫੇਜ਼, ਅਗਲਾ ਹਿੱਸਾ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਏ ਹਾਂ। ਅੱਜ ਜਿਹੜੇ ਇਤਿਹਾਸ ਦੀ ਅਸੀਂ ਗੱਲ ਕਰਨੀ ਆ ਉਹ ਧੰਨ ਗੁਰੂ ਗੋਬਿੰਦ ਰਾਏ ਜੀ ਦੇ ਗੁਰਗੱਦੀ 'ਤੇ ਵਿਰਾਜਣ ਤੋਂ ਲੈ ਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਦੇਣ ਤੱਕ ਦਾ ਸਮਾਂ ਹੈ। 1675 ਈਸਵੀ ਤੋਂ ਲੈ ਕੇ 1708 ਈਸਵੀ ਤੱਕ ਦਾ ਤਕਰੀਬਨ 33 ਸਾਲ ਦਾ ਜਿਹੜਾ ਸਮਾਂ ਹੈ ਉਸ ਨੂੰ ਅੱਜ ਅਸੀਂ ਵਿਚਾਰਨਾ ਹੈ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹਾਦਤ 1675 ਨੂੰ ਦਿੱਲੀ ਚਾਂਦਨੀ ਚੌਂਕ ਵਿਖੇ ਹੋਈ। ਸ਼ਹੀਦ ਹੋਣ ਤੋਂ ਪਹਿਲਾਂ ਉਹਨਾਂ ਨੇ ਗੋਬਿੰਦ ਰਾਏ ਜੀ ਨੂੰ ਗੁਰਗੱਦੀ ਦੀ ਜ਼ਿੰਮੇਵਾਰੀ ਸੌਂਪ ਦਿੱਤੀ। ਗੁਰੂ ਗੋਬਿੰਦ ਰਾਏ ਜਿਨ੍ਹਾਂ ਦਾ ਜਨਮ 1666 ਈਸਵੀ ਨੂੰ 22 ਦਸੰਬਰ 1666 ਨੂੰ ਪਟਨੇ ਵਿੱਚ ਹੋਇਆ ਸੀ। ਉਸ ਵੇਲੇ ਗੁਰੂ ਤੇਗ ਬਹਾਦਰ ਜੀ ਪਰਿਵਾਰ ਸਮੇਤ ਬੰਗਾਲ, ਅਸਾਮ, ਪੂਰਬ ਦੇਸ਼ ਦੇ ਜਿਹੜੇ ਇਲਾਕੇ ਸਨ ਉੱਥੇ ਪ੍ਰਚਾਰ ਦੌਰੇ 'ਤੇ ਗਏ ਹੋਏ ਸਨ ਅਤੇ ਇੱਥੇ ਹੀ ਇਹਨਾਂ ਦਾ ਜਨਮ ਹੋਇਆ। ਅਤੇ ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਵਾਪਸ ਅਨੰਦਪੁਰ ਸਾਹਿਬ ਆ ਗਏ ਅਤੇ ਆਪ ਗੋਬਿੰਦ ਰਾਏ ਜੀ ਆਪਣੀ ਮਾਤਾ ਜੀ ਅਤੇ ਹੋਰ ਮੁਖੀ ਸਿੱਖਾਂ ਦੇ ਨਾਲ ਫਰਵਰੀ 1762 ਨੂੰ ਤਕਰੀਬਨ ਸਵਾ ਕੁ 5 ਸਾਲ ਦੀ ਉਮਰ ਦੇ ਵਿੱਚ ਅਨੰਦਪੁਰ ਸਾਹਿਬ ਆਏ। 1675 ਵਿੱਚ ਜਿਸ ਵੇਲੇ ਔਰੰਗਜ਼ੇਬ ਦੇ ਜ਼ੁਲਮਾਂ ਤੋਂ ਤੰਗ ਆ ਕੇ ਕਸ਼ਮੀਰੀ ਪੰਡਤ ਆਪਣੀ ਫਰਿਆਦ ਲੈ ਕੇ ਗੁਰੂ ਤੇਗ ਬਹਾਦਰ ਜੀ ਦੇ ਦਰਬਾਰ ਦੇ ਵਿੱਚ ਆਏ ਅਤੇ ਗੁਰੂ ਤੇਗ ਬਹਾਦਰ ਨੇ ਧਰਮ ਦੀ ਰਾਖੀ ਕਰਨ ਵਾਸਤੇ ਆਪਣੀ ਸ਼ਹਾਦਤ ਠੀਕਰ ਫੋਰ ਦਲੀਸ ਸਿਰਪਰਾ ਪਰ ਕੀਆ ਬਿਆਨ ਕੀਤਾ ਅਤੇ ਉਸ ਵੇਲੇ ਗੋਬਿੰਦ ਰਾਏ ਜੀ ਗੁਰਗੱਦੀ 'ਤੇ ਬੈਠੇ। ਉਸ ਵੇਲੇ ਉਹਨਾਂ ਦੀ ਉਮਰ ਤਕਰੀਬਨ 9 ਸਾਲ ਸੀ। ਇਹ ਉਹ ਸਮਾਂ ਸੀ ਜਿਸ ਵੇਲੇ ਮੁਗਲ ਹਕੂਮਤ ਪੂਰਾ ਭਾਰਤ ਦੇ ਦੂਸਰੇ ਗੈਰ ਮੁਸਲਿਮ ਲੋਕਾਂ ਦੇ ਉੱਤੇ ਜ਼ੁਲਮ ਕਰ ਰਹੀ ਸੀ ਅਤੇ ਉਸੇ ਜ਼ੁਲਮ ਨੂੰ ਹੀ ਰੋਕਣ ਦੇ ਲਈ ਗੁਰੂ ਤੇਗ ਬਹਾਦਰ ਜੀ ਨੇ ਅਤੇ ਬਾਕੀ ਸਿੱਖਾਂ ਨੇ ਆਪਣੀ ਸ਼ਹਾਦਤ ਦਿੱਤੀ ਸੀ। ਅਤੇ ਭਾਰਤ ਦੀ ਰਾਜਨੀਤਿਕ ਜਿਹੜੀ ਹਾਲਤ ਹੈ ਉਹ ਬਹੁਤ ਹੀ ਸਥਿਰ ਨਹੀਂ ਸੀ, ਬਹੁਤ ਡਿਸਟਰਬ ਸੀ। ਔਰੰਗਜ਼ੇਬ ਜਿਹੜਾ ਸਮੇਂ ਦਾ ਹਾਕਮ ਸੀ ਉਹ ਵੱਖ-ਵੱਖ ਇਲਾਕਿਆਂ ਦੇ ਵਿੱਚ ਆਪਣੀ ਬਗਾਵਤ ਨੂੰ ਰੋਕਣ ਵਾਸਤੇ ਰੁੱਝਿਆ ਹੋਇਆ ਸੀ ਅਤੇ ਇਸੇ ਸਮੇਂ ਗੁਰੂ ਗੋਬਿੰਦ ਰਾਏ ਜੀ ਗੁਰਗੱਦੀ 'ਤੇ ਬੈਠਣ ਤੋਂ ਕੁਝ ਸਮਾਂ ਬਾਅਦ ਪਾਉਂਟਾ ਸਾਹਿਬ ਗਏ। ਉੱਥੇ ਹੀ ਬਾਬਾ ਰਾਮ ਰਾਏ ਜੀ ਦੇ ਨਾਲ ਇਹਨਾਂ ਦੀ ਮੁਲਾਕਾਤ ਹੋਈ। ਉੱਥੇ ਹੀ ਪੀਰ ਬੁੱਧੂ ਸ਼ਾਹ ਵੀ ਆਇਆ, ਸਡੌਰੇ ਦਾ ਪੀਰ ਬੁੱਧੂ ਸ਼ਾਹ, ਉਹ ਵੀ ਗੁਰੂ ਸਾਹਿਬ ਦੀ ਸ਼ਰਨ ਦੇ ਵਿੱਚ ਆਇਆ ਅਤੇ ਇੱਥੇ ਹੀ ਰਹਿੰਦਿਆਂ 1687 ਨੂੰ ਭੰਗਾਣੀ ਦਾ ਯੁੱਧ ਹੋਇਆ। ਅੱਜ ਦਾ ਇਤਿਹਾਸ ਬਹੁਤ ਲੰਬਾ, ਇਹ 33 ਸਾਲਾਂ ਦਾ ਜਿਹੜਾ ਸਮਾਂ ਇਸ ਦੇ ਵਿੱਚ ਬਹੁਤ ਕੁਝ ਵਾਪਰਿਆ ਸੀ। ਮੈਂ ਬਹੁਤ ਮੋਟੇ ਰੂਪ ਦੇ ਵਿੱਚ ਹੀ ਆਪ ਜੀ ਦੇ ਨਾਲ ਹਵਾਲੇ ਮਾਤਰੀ ਅੱਜ ਇਸ ਗੱਲ ਦਾ ਜ਼ਿਕਰ ਕਰਨਾ ਹੈ ਅਤੇ ਇਹਦੇ ਵਿੱਚੋਂ ਜਿਹੜੀਆਂ ਅਸੀਂ 2 ਮੁੱਖ ਘਟਨਾਵਾਂ ਦਾ ਅੱਜ ਅਸੀਂ ਵਿਚਾਰਨਾ ਹੈ ਉਹਨਾਂ ਦੇ ਉੱਤੇ ਥੋੜ੍ਹਾ ਜ਼ਿਆਦਾ ਸਮਾਂ ਅਸੀਂ ਦਿਆਂਗੇ। 1687 ਨੂੰ ਭੰਗਾਣੀ ਦਾ ਯੁੱਧ ਹੋਇਆ। ਉਸ ਤੋਂ ਬਾਅਦ ਗੁਰੂ ਜੀ ਅਨੰਦਪੁਰ ਸਾਹਿਬ ਆਏ। 1688 ਨੂੰ ਅਨੰਦਪੁਰ ਸਾਹਿਬ ਪਹੁੰਚ ਕੇ ਸਮੇਂ ਦੀ ਹਾਲਤ ਨੂੰ ਧਿਆਨ ਵਿੱਚ ਰੱਖਦਿਆਂ ਗੁਰੂ ਗੋਬਿੰਦ ਰਾਏ ਜੀ ਨੇ ਹੋਲਾ ਮਹੱਲਾ ਮਨਾਉਣ ਦੀ ਪਿਰਤ ਸ਼ੁਰੂ ਕੀਤੀ। ਇਹ ਹੋਲਾ ਮਹੱਲਾ ਜਦੋਂ ਪਹਿਲਾਂ ਸਾਰੀਆਂ ਰਾਜਨੀਤਿਕ ਹਾਲਤਾਂ ਦੇ ਉੱਤੇ ਵਿਚਾਰ ਕੀਤੀ ਜਾਂਦੀ, ਫਿਰ ਸਿੱਖਾਂ ਦੇ 2 ਦਲ ਬਣਾ ਲਏ ਜਾਂਦੇ। ਮਹੱਲੇ ਦਾ ਅਰਥ ਹੀ ਇਹ ਹੈ ਜਦੋਂ ਲੜਾਈ ਵਾਸਤੇ ਤਿਆਰੀ ਕਰਕੇ ਹੱਲਾ ਬੋਲਣ ਵਾਸਤੇ ਜਾਣਾ ਹੋਵੇ। 2 ਦਲਾਂ ਦੀ ਆਪਸੀ ਲੜਾਈ ਕਰਵਾਉਣੀ, ਪ੍ਰੈਕਟਿਸ ਕਰਵਾਉਣੀ, ਕਿਉਂਕਿ ਸਤਿਗੁਰੂ ਜੀ ਇਹ ਜਾਣ ਚੁੱਕੇ ਸਨ ਕਿ ਜਿਹੜਾ ਆਉਣ ਵਾਲਾ ਸਮਾਂ ਉਹ ਜੰਗਾਂ ਯੁੱਧਾਂ ਦਾ ਆ ਰਿਹਾ ਹੈ। ਹਕੂਮਤ ਨੇ ਸਾਨੂੰ ਚੈਨ ਦੇ ਨਾਲ ਬੈਠਣ ਨਹੀਂ ਦੇਣਾ ਅਤੇ ਸਤਿਗੁਰੂ ਜੀ ਨੇ ਪਹਿਲਾਂ ਹੀ ਇਸ ਗੱਲ ਨੂੰ ਧਿਆਨ 'ਚ ਰੱਖ ਕੇ 1688 ਨੂੰ ਹੀ ਹੋਲਾ ਮਹੱਲਾ ਸ਼ੁਰੂ ਕਰ ਦਿੱਤਾ। ਉਸ ਤੋਂ ਬਾਅਦ ਨਦੌਣ ਦੀ ਜੰਗ ਹੋਈ। ਫਿਰ ਉਹਦੇ ਲਾਗੇ ਅਗਲੀ ਇੱਕ ਹੋਰ ਛੋਟੀ ਜਿਹੀ ਲੜਾਈ ਉੱਥੇ ਹੋਈ। ਫਿਰ ਉਹ ਸਮਾਂ ਆਇਆ ਵਿਸਾਖੀ 1699 ਦਾ। ਵਿਸਾਖੀ 1699 ਵਾਲੇ ਦਿਨ
सतगुरु गोविंद राय ने हुक्मनामे भेज के सदे पत्र भेज के सारे भारत दे विचों दूरों दूरों दरेडियों सारी सिख संगत नूं आनंदपुर साहब विखे इकट्ठिया कीता ते उस इकट्ठ दे विच खालसे की साजना की। 5 प्यारे साजे, उन्होंने खंडे की पौल दी। उन्होंने खंडे की पौल देने तो बाद उन्होंने पासों आप खंडे की पौल प्राप्त करने की जाचना की। आपे गुरचेला होने की जिहड़ी गल है वो सतगुरु जी ने उस दिन प्रगट की। जदों उन्हां 5 प्यारियां की चोण कर लई, उन्होंने खंडे की पौल दे दी गई। फिर ऐलान कर दिता गया कि अज तो तुहाडा पिछला जन्म, पिछली कुल, पिछला गोत सारा नास, अज तो तुहाडा जन्म गुरु घर दे विच होया है। सतगुर के जन्मे गवन मिटाया। अज सतगुरु के घर दे विच जन्म होने तो बाद तुहाडा आवागौण आउण जाण दा जिहड़ा चक्कर है वो खत्म हो गया है। अज तो तुहाडा पिता पिता गोबिंद सिंह है, माता माता साहिब कौर है। जन्म तुहाडा केसगढ़ साहिब दा ते बासी तुसीं आनंदपुर साहिब दे हो। ते नाल ही हर पौल लैण वाले सिख दे नां दे पिछे सिंह ते सिखणी दे नां दे पिछे कौर लगा के उन्हां नूं सिंह ते सिंघणी होण दा खिताब दे दिता। ये कह दिता कि अज तो बाद तुहाडा जिहड़ा गोत है वो सिर्फ सिंह ते कौर है। तुहाडे विचों जात पात ऊच नीच ते छूत छात दा जिहड़ा वंड वंडेरा सी वो खत्म कर दिता गया। सतगुरु ने 5 प्यारियां पासों खंडे की पौल लैके आपे गुरचेला की जिहड़ी रवायत कायम की। इतिहासकार इस गल नूं मनदे है कि सतगुरु ने जुगत रूप दे विच गुरगद्दी इत्थे गुरु खालसे नूं दे दित्ती सी। इसका जिक्र आपां थोड़ा अगे जाके करांगे। इस तो बाद 1701 नूं वो मसंद प्रथा जिस नूं पहले गुरु साहिबां ने शुरू कीता सी उस नूं खत्म कर दिता सतगुरु ने। 1701 तो बाद गुरु घर दे विच वो जिहड़ी मसंद प्रथा जिहड़ी दसवंध इकट्ठा करके गुरु घर दे विच लैके आया करती सी सिख संगतां कोलों, उस नूं खत्म कर दिता। ते जदों सतगुरु ने हर तरह के भिन्न भेद खत्म करके खालसा सजा दिता, जात पात का खंडन कर दिता है, तो वो जात अभिमानी लोग इस गल नूं बर्दाश्त ना कर सके। सतगुरु ने केसगढ़ के स्थान पर बैठ के रणजीत नगारे की स्थापना कर दी। जदों सवेरे ते शामी रणजीत नगारे ते चोट लगदी, सिंह अकाल अकाल गजाउंदे, घोड़ियां दीयां सवारियां करदे ते पहाड़े वो सारा पहाड़ी वातावरण सतगुरु दे रणजीत नगारे ते अकाल अकाल दे जकारियां दे नाल गूंज उठदा। समय दी हुकूमत इस गल नूं बर्दाश्त ना कर सकी। एक पासे वो लोग सन जिन्हां ने धार्मिक तौर पर लोगों नूं अपने कंट्रोल च रखण वास्ते सारे चक्कर चलाए हुए सन। सतगुरु ने उन्हां नूं आज़ाद करके खालसा बना के सीधा अकाल पुरख नाल उन्हां दा संबंध जोड़ दिता। उन्हां दा पूजा दा धान खत्म हुंदा वेख के वो दुखी होए। दूसरे पासे राजनीतिक ताकतां जिहड़ियां राजनीतिक लोग सन उन्हां ने यह महसूस किया कि ये खालसे की ताकत इन्नी वध जानी है कि इस ताकत के सामने सानू अपनी होंद बरकरार रखनी औखी हो जानी है। इसे गल तो डरदियां 1701 नूं ही बहुत सारे पहाड़ी राजियां दीयां फौजां सरहद के फौजदार की सरहद के सूबेदार की फौज ने आनंदपुर साहब के उत्ते हमला किया। 1701 ईस्वी दे विच 3 वार आनंदपुर साहब के उत्ते ये लोग हमलावर होके आए ते 3 लड़ाइयां 1701 दे विच होईयां। उस तो बाद 1703 नूं एक लड़ाई हुई ते आखिरी 5वीं लड़ाई 1704 नूं जिहड़ी 6 महीने घेरा पिया रहा है। ते इसे लड़ाई के बाद विच ही सतगुरु ने आनंदपुर साहब का किला छड्डिया। चमकौर की गढ़ी दे विच दी चमकौर की जंग हुई। सरसा के कंढे बहुत सारिया शहीदियां हुईयां। मुक्तसर के स्थान के उत्ते लड़ाई हुई। उस तो बाद साबो की तलवंडी पहुंचे। इन्हां सारिया घटनावां का जिक्र क्योंकि ये हुणे लंघ के गए इतिहासक दिहाड़े आपां काफ़ी डिटेल च कर चुके हैं, मैं बहुता अज इस पासे वाल ध्यान होर ज़्यादा नहीं देना। साबो की तलवंडी पहुँच के सतगुरु जी ने वो आद बीड़ जिहड़ी 1604 ईस्वी विच गुरु अर्जन देव महाराज जी ने भाई गुरदास जी पासों तैयार करवाई सी, उसकी संपूर्णता की। उसनूं संपूर्ण करन समय धन गुरु तेग बहादुर महाराज जी की जिहड़ी बाणी सी, उन्हां दे जिहड़े श्लोक ते शब्द सन, उसनूं रागां की तरतीब दे नाल उस बीड़ दे विच दर्ज किया गया
ਤੇ ਉਹ ਬੀੜ ਦਮਦਮਾ ਸਾਹਿਬ ਦੀ ਬੀੜ ਦੇ ਨਾਂ ਦੇ ਨਾਲ ਜਾਣੀ ਗਈ ਤੇ ਉਸੇ ਦਮਦਮਾ ਸਾਹਿਬ ਦੀ ਜਿਹੜੀ ਤਿਆਰ ਕੀਤੀ ਹੋਈ ਬੀੜ ਹੈ ਉਸ ਨੂੰ ਹੀ ਸਤਿਗੁਰੂ ਨੇ ਬਾਅਦ ਵਿੱਚ ਗੁਰਗੱਦੀ ਦਿੱਤੀ। ਤੇ ਰਸਤੇ ਵਿੱਚ ਚਮਕੌਰ ਤੋਂ ਸਾਬੋ ਕੀ ਤਲਵੰਡੀ ਪਹੁੰਚਦਿਆਂ ਦੀਨੇ ਕਾਂਗੜ ਤੋਂ ਸਤਿਗੁਰੂ ਨੇ ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖ ਦਿੱਤਾ ਸੀ ਤੇ ਉਹ ਜ਼ਫਰਨਾਮੇ ਤੋਂ ਬਾਅਦ ਔਰੰਗਜ਼ੇਬ ਨੇ ਸਤਿਗੁਰੂ ਜੀ ਦੇ ਨਾਲ ਮੁਲਾਕਾਤ ਕਰਨ ਦੀ ਖੁਆਇਸ਼ ਜ਼ਾਹਰ ਕੀਤੀ ਸੀ ਤੇ ਔਰੰਗਜ਼ੇਬ ਉਸ ਵੇਲੇ ਦੱਖਣ ਦੇਸ਼ ਦੇ ਵਿੱਚ ਗਿਆ ਹੋਇਆ ਸੀ ਬਗਾਵਤ ਨੂੰ ਖਤਮ ਕਰਨ ਦੇ ਲਈ ਤੇ ਸਤਿਗੁਰੂ ਜੀ ਪੂਰੇ ਭਾਰਤ ਦੇ ਵਿੱਚ ਦੀ ਪ੍ਰਚਾਰ ਦੌਰੇ ਕਰਦੇ ਹੋਏ ਦਿੱਲੀ ਵਿੱਚ ਦੀ ਹੋ ਕੇ ਦੱਖਣ ਵੱਲ ਨੂੰ ਚੱਲੇ ਤੇ ਜਦੋਂ ਦੱਖਣ ਨੂੰ ਜਾਂਦੇ ਸਨ ਰਸਤੇ ਵਿੱਚ ਪਹੁੰਚਦਿਆਂ ਹੀ ਖਬਰ ਆ ਗਈ ਫਰਵਰੀ 1707 ਨੂੰ ਔਰੰਗਜ਼ੇਬ ਦੀ ਮੌਤ ਹੋ ਗਈ ਤੇ ਉਸ ਤੋਂ ਬਾਅਦ ਉਸ ਦੇ ਪੁੱਤਰਾਂ ਦੇ ਵਿੱਚ ਦਿੱਲੀ ਦਾ ਤਖਤ ਸੰਭਾਲਣ ਦੇ ਲਈ ਆਪਸ ਵਿੱਚ ਲੜਾਈ ਹੋਈ। ਬਹਾਦਰ ਸ਼ਾਹ ਨੇ ਸਤਿਗੁਰੂ ਨੂੰ ਪਹੁੰਚ ਕੀਤੀ। ਸਤਿਗੁਰੂ ਨੇ ਭਾਈ ਦਇਆ ਸਿੰਘ ਤੇ ਧਰਮ ਸਿੰਘ ਦੀ ਅਗਵਾਈ ਵਿੱਚ 500 ਸਿੰਘਾਂ ਦਾ ਜਥਾ ਭੇਜਿਆ ਜਿਸਨਾਂ ਦੀ ਮਦਦ ਦੇ ਨਾਲ ਉਹ ਤਖਤ ਤੇ ਬੈਠਾ ਤੇ ਇੱਥੋਂ ਚੱਲਦੇ ਹੋਏ ਸਤਿਗੁਰੂ ਜੀ ਨਾਂਦੇੜ ਸ੍ਰੀ ਹਜ਼ੂਰ ਸਾਹਿਬ ਪਹੁੰਚੇ। ਇੱਥੇ ਹੀ ਮਾਧੋ ਦਾਸ ਵੈਰਾਗੀ ਦੇ ਨਾਲ ਉਹਨਾਂ ਦਾ ਮਿਲਾਪ ਹੋਇਆ। ਇੱਥੇ ਹੀ ਉਸ ਨੂੰ ਖੰਡੇ ਦੀ ਪੌਲ ਛਕਾ ਕੇ ਗੁਰਬਖਸ਼ ਸਿੰਘ ਬਣਾਇਆ ਪਰ ਕਿਉਂਕਿ ਉਸਨੇ ਸਤਿਗੁਰੂ ਦਾ ਬੰਦਾ ਆਪਣੇ ਆਪ ਨੂੰ ਆਖਿਆ ਸੀ ਇਸ ਕਰਕੇ ਬੰਦਾ ਸਿੰਘ ਬਹਾਦਰ ਦੇ ਨਾਂ ਦੇ ਨਾਲ ਉਸ ਨੂੰ ਜ਼ਿਆਦਾ ਜਾਣਿਆ ਜਾਂਦਾ ਹੈ। ਸਤਿਗੁਰੂ ਨੇ ਬੰਦਾ ਸਿੰਘ ਬਹਾਦਰ ਨੂੰ 5 ਸਿੰਘਾਂ ਦੇ ਅਧੀਨ ਕਰਕੇ ਆਪਣੇ ਵੱਲੋਂ ਹੁਕਮਨਾਮਾ ਨਿਸ਼ਾਨ ਤੇ 5 ਤੀਰ ਬਖਸ਼ਿਸ਼ ਕਰਕੇ ਨਗਾਰਾ ਬਖਸ਼ਿਸ਼ ਕਰਕੇ ਪੰਜਾਬ ਦੇ ਵਿੱਚੋਂ ਤੇ ਭਾਰਤ ਦੇ ਵਿੱਚੋਂ ਜ਼ੁਲਮ ਦਾ ਨਾਸ ਕਰਨ ਵਾਸਤੇ ਉਹ ਜ਼ੁਲਮੀ ਰਾਜ ਨੂੰ ਸਾਮਰਾਜ ਨੂੰ ਖਤਮ ਕਰਨ ਵਾਸਤੇ ਪੰਜਾਬ ਵੱਲ ਤੋਰਿਆ। ਇਹ ਉਹੀ ਸਮਾਂ ਸੀ ਜਿਸ ਵੇਲੇ ਸਤਿਗੁਰੂ ਦੀ ਬਹਾਦਰ ਸ਼ਾਹ ਦੇ ਨਾਲ ਨੇੜਤਾ ਵੇਖ ਕੇ ਲਾਹੌਰ ਦੇ ਸੂਬੇਦਾਰ ਵਜ਼ੀਰ ਖਾਂ ਨੇ ਇਹ ਸਮਝਿਆ ਕਿ ਸ਼ਾਇਦ ਅੱਜ ਮੈਨੂੰ ਆਪਣੇ ਕੀਤੇ ਹੋਏ ਜ਼ੁਲਮਾਂ ਦੀ ਸਜ਼ਾ ਮਿਲੇਗੀ। ਉਹਨੇ ਆਪਣੇ ਤਨਖਾਹਦਾਰ 2 ਪਠਾਣਾਂ ਨੂੰ ਭੇਜ ਕੇ ਸਤਿਗੁਰੂ ਜੀ ਦੇ ਉੱਤੇ ਅਵੇਸਲਿਆਂ ਹਮਲਾ ਕਰਵਾਇਆ। ਉਹ ਹਮਲਾਵਰ ਰੂਪ ਦੇ ਵਿੱਚ ਇੱਕ ਨੂੰ ਸਤਿਗੁਰੂ ਨੇ ਝਟਕਾ ਦਿੱਤਾ, ਦੂਸਰਾ ਜ਼ਖਮੀ ਹੋਇਆ ਸਿੰਘਾਂ ਨੇ ਪਕੜ ਕੇ ਝਟਕਾ ਦਿੱਤਾ ਤੇ ਸਾਜ਼ਿਸ਼ ਸਾਹਮਣੇ ਆ ਗਈ ਕਿ ਵਜ਼ੀਰ ਖਾਂ ਦੀ ਇਹ ਭੇਜੇ ਹੋਏ ਲੋਕ ਸਨ। ਸਤਿਗੁਰੂ ਜੀ ਦੇ ਬਹੁਤ ਡੂੰਘਾ ਜ਼ਖਮ ਲੱਗਾ। ਬਹਾਦਰ ਸ਼ਾਹ ਨੇ ਆਪਣੇ ਖਾਸ ਜਿਰਾਹ ਜਿਹੜੇ ਸਰਜਨ ਸਨ ਉਹ ਭੇਜੇ। ਜ਼ਖਮ ਠੀਕ ਹੋਣਾ ਸ਼ੁਰੂ ਹੋਇਆ। ਸਤਿਗੁਰੂ ਜੀ ਦਰਬਾਰ ਵਿੱਚ ਆਉਣ ਲੱਗੇ ਪਰ ਫਿਰ ਉਹ ਜਿਹੜਾ ਜ਼ਖਮ ਸੀ ਉਹ ਹਾਰਾ ਹੋਇਆ ਤੇ ਇਹ ਸਾਰੀ ਹਾਲਤ ਨੂੰ ਵੇਖ ਕੇ 7 ਅਕਤੂਬਰ 1708 ਨੂੰ ਹਜ਼ੂਰ ਸਾਹਿਬ ਦੇ ਸਥਾਨ ਦੇ ਉੱਤੇ ਸਤਿਗੁਰੂ ਜੀ ਨੇ ਸਾਰੀ ਸੰਗਤ ਦਾ ਤੇ ਮੁਖੀ ਸਿੰਘਾਂ ਦਾ ਇਕੱਠ ਕਰਕੇ ਉਹ ਦਮਦਮਾ ਸਾਹਿਬ ਵਿਖੇ ਤਿਆਰ ਕੀਤੀ ਹੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਨੂੰ ਸ਼ਬਦ ਰੂਪ ਦੇ ਵਿੱਚ ਜੋਤ ਰੂਪ ਦੇ ਵਿੱਚ ਗੁਰਗੱਦੀ ਦੇ ਕੇ ਮੱਥਾ ਟੇਕ ਦਿੱਤਾ ਤੇ ਆਖ ਦਿੱਤਾ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਪੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਵੋ ਚਾਹੇ ਖੋਜ ਇਨੀ ਮੇਲੇ। ਇੱਥੇ ਮੈਂ ਧਿਆਨ ਇਸ ਵੱਲ ਦਿਵਾਉਣਾ ਚਾਹੁੰਦਾ ਕਿ ਸਤਿਗੁਰੂ ਨੇ ਆਪਣੀ ਜੋਤ ਰੂਪ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਦੇ ਦਿੱਤੀ ਤੇ ਜੁਗਤ ਰੂਪ ਵਿੱਚ ਗੁਰੂ ਖਾਲਸਾ ਪੰਥ ਨੂੰ ਕੁਝ ਇਤਿਹਾਸਕਾਰ ਇਸ ਗੱਲ ਦੀ ਨੂੰ ਮੰਨਦੇ ਹੈ ਕਿ ਸਤਿਗੁਰੂ ਨੇ 1699 ਵਾਲੀ ਵਿਸਾਖੀ ਵਾਲੇ ਦਿਨ ਹੀ ਜਿਸ ਵੇਲੇ 5 ਪਿਆਰਿਆਂ ਤੋਂ ਖੰਡੇ ਦੀ ਪੌਲ ਦੀ ਜਾਚਨਾ ਕੀਤੀ ਸੀ ਉਸੇ ਸਮੇਂ ਹੀ ਜੁਗਤ ਰੂਪ ਦੇ ਵਿੱਚ ਉਹਨਾਂ ਨੂੰ ਆਪਣਾ ਸਤਿਗੁਰੂ ਮੰਨ ਲਿਆ ਸੀ। ਕੁਝ ਇਤਿਹਾਸਕਾਰ ਚਮਕੌਰ ਦੀ ਗੜੀ ਵਿੱਚ ਬਾਬਾ ਸੰਗਤ ਸਿੰਘ ਭਾਈ ਸੰਗਤ ਸਿੰਘ ਦੇ ਸਿਰ ਦੇ ਉੱਤੇ ਕਲਗੀ ਸਜਾਉਣ ਦੀ ਘਟਨਾ ਨੂੰ ਗੁਰੂ ਖਾਲਸਾ ਪੰਥ ਨੂੰ ਦਿੱਤੀ ਹੋਈ ਗੁਰਗੱਦੀ ਦੀ ਗੱਲ ਕਰਦੇ ਆ। ਮੈਂ ਸਿਧਾਂਤਕ ਤੌਰ ਤੇ ਇੱਕ ਗੱਲ ਇੱਥੇ ਸਾਂਝੀ ਕਰਨੀ ਚਾਹੁੰਦਾ। ਸਾਡੀ ਜਿਹੜੀ ਗੁਰਗੱਦੀ ਦੀ ਗੱਲ ਹੈ ਗੁਰਿਆਈ ਦੀ ਗੱਲ ਹੈ ਉਹ ਜੋਤ ਤੇ ਜੁਗਤ ਦੇ ਰੂਪ ਦੇ ਵਿੱਚ ਹੈ। ਜਿਸ ਵੇਲੇ ਗੁਰੂ ਨਾਨਕ ਦੇਵ ਜੀ ਨੇ 1539 ਈਸਵੀ ਨੂੰ ਭਾਈ ਲਹਿਣਾ ਜੀ ਨੂੰ ਗੁਰਗੱਦੀ ਦੇ ਕੇ ਗੁਰੂ ਅੰਗਦ ਬਣਾਇਆ ਸੀ ਉਸ ਘਟਨਾ ਦਾ ਜ਼ਿਕਰ ਸੱਤੇ ਬਲਵੰਡ ਨੇ ਆਪਣੀ ਵਾਰ ਦੇ ਵਿੱਚ ਕੀਤਾ ਜਿਸ ਨੂੰ ਗੁਰੂ ਅਰਜਨ ਦੇਵ ਮਹਾਰਾਜ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕੀਤਾ ਹੈ। ਉਹਨਾਂ ਨੇ ਆਖਿਆ ਜੋਤ ਓਹਾ ਜੁਗਤ ਸਾਏ ਸ਼ਹਿ ਕਾਇਆ ਫੇਰ ਪਲਟੀਏ। ਉਹ ਜੁਗਤ ਵੀ ਉਹੀ ਹੈ ਜੋਤ ਵੀ ਉਹੀ ਹੈ ਗੁਰੂ ਨਾਨਕ ਵਾਲੀ, ਸਿਰਫ ਮਾਲਕ ਨੇ ਖਸਮ ਨੇ ਆਪਣਾ ਸਰੀਰ ਬਦਲ ਲਿਆ। ਜਿਹੜੀ ਜੋਤ ਤੇ ਜੁਗਤ ਗੁਰੂ ਨਾਨਕ ਜੀ ਦੇ ਵਿੱਚ ਪ੍ਰਗਟ ਹੁੰਦੀ ਸੀ ਹੁਣ ਉਹ ਜੋਤ ਤੇ ਜੁਗਤ ਭਾਈ ਲਹਿਣਾ ਜੀ ਦੇ ਰੂਪ ਦੇ ਵਿੱਚ ਪ੍ਰਵੇਸ਼ ਕਰਕੇ ਉਹ ਗੁਰੂ ਅੰਗਦ ਦੇਵ ਹੋ ਗਏ। ਉਹ ਜੋਤ ਤੇ ਜੁਗਤ ਦਾ ਜਿਹੜਾ ਸੁਮੇਲ ਸੀ ਉਹ 1708 ਤੱਕ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਤੱਕ ਜਾਰੀ ਰਿਹਾ।
ਸਤਿਗੁਰੂ ਜੀ ਨੇ ਇੱਥੇ ਜੋਤ ਰੂਪ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਦਿੱਤੀ ਤੇ ਜੁਗਤ ਰੂਪ ਦੇ ਵਿੱਚ ਉਹ ਪਹਿਲਾਂ ਹੀ ਗੁਰੂ ਖਾਲਸਾ ਪੰਥ ਨੂੰ ਗੁਰਗੱਦੀ ਦੇ ਚੁੱਕੇ ਸਨ। ਤੇ ਉਸ ਤੋਂ ਬਾਅਦ ਆਪ ਜੀ ਇੱਥੇ ਹੀ ਹਜੂਰ ਸਾਹਿਬ ਨੰਦੇੜ ਵਿਖੇ ਜੋਤੀ ਜੋਤ 1708 ਨੂੰ ਸਮਾ ਗਏ। ਇਹ ਛੋਟਾ ਜਿਹਾ ਇਤਿਹਾਸ 33 ਸਾਲ ਦਾ, ਜਿਸ ਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਇਨਕਲਾਬੀ ਘਟਨਾਵਾਂ ਵਾਪਰੀਆਂ, ਬਹੁਤ ਵੱਡੇ ਵੱਡੇ ਇਤਿਹਾਸ ਨੇ ਇਨਕਲਾਬ ਵੇਖੇ, ਜਿੱਥੇ ਗੁਰੂ ਨੂੰ ਆਪਣੇ ਸਾਜੇ ਹੋਏ ਗੁਰੂ ਖਾਲਸਾ ਪੰਥ ਦੇ ਸਾਹਮਣੇ ਝੁਕਦਿਆਂ ਵੇਖਿਆ, ਜਿੱਥੇ ਉਹਨਾਂ ਪੈਰਾਂ ਥੱਲੇ ਲਤਾੜੇ ਜਾਂਦੇ, ਨੀਵੀਂ ਜਾਤ ਦੇ ਕਹੇ ਜਾਂਦੇ, ਜਿਨ੍ਹਾਂ ਨੂੰ ਬਰਾਬਰ ਬੈਠਣ ਤੱਕ ਦਾ ਅਧਿਕਾਰ ਨਹੀਂ ਦਿੱਤਾ ਜਾਂਦਾ ਸੀ, ਉਹਨਾਂ ਨੂੰ ਪਾਤਸ਼ਾਹੀਆਂ ਵਾਲੀਆਂ ਸਰਦਾਰੀਆਂ ਵਾਲੀਆਂ ਜਿਹੜੇ ਖਿਤਾਬ ਸਤਿਗੁਰੂ ਵੱਲੋਂ ਦਿੱਤੇ ਤੇ ਨਾਲ ਕਹਿ ਦਿੱਤਾ, ਇਨਹੀ ਕੀ ਕਿਰਪਾ ਤੇ ਸਜੇ ਹਮ ਹੈ, ਨਹੀਂ ਮੌਸੋ ਗਰੀਬ ਕਰੋੜ ਪਰੇ, ਜਾਂ ਮੈਂ ਰੰਚ ਨਾ ਮਿਥਿਆ ਭਾਖੀ, ਪਾਰ ਬ੍ਰਹਮ ਗੁਰੂ ਨਾਨਕ ਸਾਖੀ। ਮੈਂ ਐਵੇਂ ਨਹੀਂ ਆਖਦਾ, ਪਾਰ ਬ੍ਰਹਮ ਅਕਾਲ ਪੁਰਖ ਵਾਹਿਗੁਰੂ ਤੇ ਗੁਰੂ ਨਾਨਕ ਨੂੰ ਸਾਖੀ ਜਾਣ ਕੇ ਮੈਂ ਇਹ ਗੱਲ ਆਖਦਾ ਹੈ, ਇਨਹੀ ਕੀ ਕਿਰਪਾ ਤੇ ਸਜੇ ਹਮ ਹੈ, ਨਹੀਂ ਮੌਸੋ ਗਰੀਬ ਕਰੋੜ ਪਰੇ। ਉਹ ਖਾਲਸੇ ਦੀ ਕਿਰਪਾ ਦੇ ਨਾਲ ਹੀ ਸਤਿਗੁਰੂ ਜੀ ਖਾਲਸੇ ਨੂੰ ਇਹ ਵਡਿਆਈ ਦਿੰਦੇ ਹੈ। ਪਰ ਇੱਥੇ ਜਿਹੜੀ ਗੱਲ ਵੱਲ ਧਿਆਨ ਮੈਂ ਆਪ ਜੀ ਦਾ ਲੈ ਕੇ ਜਾਣਾ ਚਾਹੁੰਦਾ ਹੈ, ਅੱਜ ਮੈਂ ਵੇਖ ਰਿਹਾ ਜਿੱਥੇ ਲੰਡਨ ਦੀ ਜਿਹੜੀ ਲਾਈਵ ਪ੍ਰੋਡਕਸ਼ਨ ਟੀਮ ਅੱਜ ਪਹੁੰਚੀ ਹੈ, ਉਹ ਗੁਰਦੁਆਰਾ ਸਿੱਖ ਸੰਗਤ ਈਸਟ ਲੰਡਨ ਲੇਟਨ ਵਿਖੇ ਹੈ। ਉੱਥੇ ਸਿਆਣੇ ਸੱਜਣ ਬੈਠੇ ਇਹ ਗੱਲ ਅੱਜ ਸੁਣ ਰਹੇ ਹੈਗੇ। ਇਸ ਵੇਲੇ ਕੁਝ ਮਿੰਟਾਂ ਨੂੰ ਆਪਾਂ ਉਹਨਾਂ ਦੇ ਪਾਸ ਜਾ ਕੇ ਉਹਨਾਂ ਦੇ ਵਿਚਾਰ ਇਹਦੇ ਸੰਬੰਧ ਵਿੱਚ ਲੈਣੇ ਆ ਤੇ ਉਹਨਾਂ ਦੇ ਧਿਆਨ ਦੇ ਵਿੱਚ ਤੇ ਬਾਕੀ ਦਰਸ਼ਕਾਂ ਦੇ ਧਿਆਨ ਦੇ ਵਿੱਚ ਜਿਹੜੀ ਗੱਲ ਮੈਂ ਲੈ ਕੇ ਆਉਣੀ ਚਾਹੁੰਦਾ ਹੈ, ਸਤਿਗੁਰੂ ਨੇ ਇਹ ਉਪਮਾ ਤੇ ਦੇ ਦਿੱਤੀ, ਉਪਮਾ ਖਾਲਸੇ ਜਾਤ ਨ ਕਹੀ, ਇੰਨੀ ਉਪਮਾ ਦੇ ਦਿੱਤੀ, ਖਾਲਸਾ ਮੇਰੋ ਸਤਿਗੁਰ ਪੂਰਾ। ਇੰਨੇ ਸਾਰੇ ਵਡਿਆਈ ਦੀਆਂ ਗੱਲਾਂ ਖਾਲਸੇ ਪ੍ਰਤੀ ਸਤਿਗੁਰੂ ਜੀ ਨੇ ਕਰ ਦਿੱਤੀਆਂ, ਪਰ ਜਦੋਂ ਅਸੀਂ ਆਪਣੀ ਵਡਿਆਈ ਦੀਆਂ ਗੱਲਾਂ ਸਤਿਗੁਰੂ ਜੀ ਪਾਸੋਂ ਬਖਸ਼ਿਸ਼ ਰੂਪ ਦੇ ਵਿੱਚ ਸੁਣ ਕੇ ਨਿਹਾਲ ਹੁੰਦੇ ਆ, ਖੁਸ਼ ਹੁੰਦੇ ਆ, ਤੇ ਅਕਸਰ ਉਸ ਵੇਲੇ ਅਸੀਂ ਇੱਕ ਗੱਲ ਭੁੱਲ ਜਾਂਦੇ ਆ, ਸਤਿਗੁਰੂ ਨੇ ਖਾਲਸੇ ਨੂੰ ਗੁਣਾ ਕਰਕੇ ਆਪਣਾ ਸਤਿਗੁਰੂ ਸਵੀਕਾਰ ਕੀਤਾ ਸੀ ਤੇ ਸਤਿਗੁਰੂ ਨੇ ਆਪ ਆਪਣੀ ਬਾਣੀ ਦੇ ਵਿੱਚ ਆਪਣੇ ਮੁਖਾਰਬੰਦ ਤੋਂ ਉਸ ਖਾਲਸੇ ਦੇ ਜਿਹੜੇ ਗੁਣ ਆ, ਲੱਛਣ ਹੈ, ਉਹ ਵਰਣਨ ਕਰ ਦਿੱਤੇ ਸੀ। ਜਾਗਤ ਜੋਤ ਜਪੈ ਨਿਸਵਾਸਰ, ਏਕ ਪਿਨਾ ਮਨ ਨੈਕ ਨਾ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੌਰ, ਮੜੀ ਮਟ ਭੂਲ ਨਾ ਮਾਨੇ, ਤੀਰਥ ਦਾਨ ਦਇਆ ਤਪ ਸੰਜਮ, ਏਕ ਪਿਨਾ ਨਹਿ ਏਕ ਪਛਾਨੈ, ਪੂਰਨ ਜੋਤ ਜਗੈ ਘਟ ਮੈਂ, ਤਬ ਖਾਲਸ ਤਾਹੇ ਨਖਾਲਸ ਜਾਣੇ। ਇਹ ਸੀ ਉਹ ਗੁਣ। ਤੇ ਅੱਜ ਅਸੀਂ ਆਪਣੇ ਆਪ ਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੱਲੋਂ ਸਾਜੇ ਹੋਏ ਖਾਲਸਾ ਤੇ ਸਮਝਦੇ ਹਾਂ, ਤੇ ਖਾਲਸਾ ਹੋਣ ਦਾ ਮਾਣ ਵੀ ਸਮਝਦੇ ਹਾਂ, ਤੇ ਖਾਲਸਾ ਹੋਣ ਕਰਕੇ ਸਿਰ ਉੱਚਾ ਕਰਕੇ ਵੀ ਤੁਰਦੇ ਹਾਂ, ਜਿਹੜਾ ਕਿ ਸਾਡਾ ਅਧਿਕਾਰ ਆ, ਸਾਨੂੰ ਤੁਰਨਾ ਚਾਹੀਦਾ ਹੈ। ਪਰ ਅਕਸਰ ਅਸੀਂ ਆਪਣੇ ਅੰਦਰ ਉਹ ਜਿਹੜੇ ਗੁਣ, ਜਿਨ੍ਹਾਂ ਗੁਣਾਂ ਕਰਕੇ ਸਤਿਗੁਰੂ ਨੇ ਖਾਲਸੇ ਨੂੰ ਆਪਣਾ ਸਤਿਗੁਰੂ ਆਖਿਆ ਸੀ, ਜਿਨ੍ਹਾਂ ਗੁਣਾਂ ਕਰਕੇ ਸਤਿਗੁਰੂ ਜੀ ਨੇ ਸਾਨੂੰ ਇਹ ਮਾਣ ਦਿੱਤਾ ਸੀ, ਇਨਹੀ ਕੀ ਕਿਰਪਾ ਤੇ ਸਜੇ ਹਮ ਹੈ, ਉਹਨਾਂ ਗੁਣਾਂ ਵੱਲ ਅਸੀਂ ਧਿਆਨ ਘੱਟ ਦਿੰਦੇ ਹਾਂ। ਸਤਿਗੁਰੂ ਨੇ ਕਿਹਾ ਸੀ, ਗੌਰ ਮੜੀ ਮਟ ਭੂਲ ਨਾ ਮਾਨੇ। ਅੱਜ ਅਸੀਂ ਪੰਜਾਬ ਦੇ ਚੱਪੇ ਚੱਪੇ ਉੱਤੇ ਗੋਰਾਂ ਤੇ ਮੜੀਆਂ ਬਣਾ ਕੇ ਉਹਨਾਂ ਤੇ ਹਰੀਆਂ ਚਾਦਰਾਂ ਚਾੜ ਕੇ ਮੱਥੇ ਟੇਕਣੇ ਸ਼ੁਰੂ ਕੀਤੇ ਹੋਏ ਆ। ਸਤਿਗੁਰੂ ਨੇ ਕਿਹਾ ਸੀ, ਤੀਰਥ ਦਾਨ ਦਇਆ ਤਪ ਸੰਜਮ। ਅੱਜ ਅਸੀਂ ਸਤਿਗੁਰੂ ਦੇ ਨਾਂ ਦੇ ਉੱਤੇ ਹੀ ਭਾਂਤ ਦੇ ਤੀਰਥ ਬਣਾ ਕੇ ਉਹਨਾਂ ਦੇ ਨਾਂ ਦੇ ਉੱਤੇ ਕਰਮ ਕਾਂਡ ਕਰੀ ਚਲੇ ਜਾਂਦੇ ਆ। ਮੇਰਾ ਜਿਹੜਾ ਅੱਜ ਦਾ ਸਵਾਲ ਹੈ, ਜਿਹਨੂੰ ਮੈਂ ਵਿਚਾਰਨਾ ਚਾਹੁੰਦਾ ਦਰਸ਼ਕਾਂ ਦੇ ਲਈ, ਉਹ ਇਹ ਹੈ, ਸਤਿਗੁਰੂ ਜੀ ਨੇ ਗੁਣਾ ਕਰਕੇ ਖਾਲਸੇ ਨੂੰ ਇੰਨੀ ਉਪਮਾ ਦਿੱਤੀ ਸੀ, ਇੰਨੀ ਵਡਿਆਈ ਦਿੱਤੀ ਸੀ, ਤੇ ਇਹ ਗੱਲ ਮੰਨ ਕੇ ਚੱਲਣਾ ਚਾਹੀਦਾ ਹੈ। ਅੱਜ ਸਾਡੇ ਵਿੱਚ ਉਹ ਗੁਣ ਹੈ ਜਿਹੜੇ ਉਹ ਅਲੋਪ ਹੁੰਦੇ ਜਾ ਰਹੇ ਆ, ਸਾਡੇ ਵਿੱਚ ਉਹਨਾਂ ਗੁਣਾਂ ਦੀ ਘਾਟ ਹੈ। ਮੈਂ ਗੁਰਦੁਆਰਾ ਸਿੱਖ ਸੰਗਤ ਵਿਖੇ ਜੁੜ ਬੈਠੇ ਸੱਜਣਾ ਦੇ ਸਾਹਮਣੇ ਇਹ ਸਵਾਲ ਰੱਖਣਾ ਚਾਹੁੰਦਾ ਹੈ, ਕੀ ਕਾਰਨ ਸੀ ਕਿ ਸਾਡੇ ਵਿੱਚੋਂ ਉਹ ਦੈਵੀ ਗੁਣ, ਉਹ ਖਾਲਸਾਈ ਗੁਣ ਜਿਹੜੇ ਹੈ, ਅੱਜ ਸਾਡੇ ਸਮਾਜ ਦੇ ਵਿੱਚੋਂ ਅਲੋਪ ਹੁੰਦੇ ਜਾ ਰਹੇ ਹੈ ਤੇ ਅਲੋਪ ਹੋ ਚੁੱਕੇ ਹੈ, ਤੇ ਸਾਨੂੰ ਦੁਆਰਾ ਉਹਨਾਂ ਗੁਣਾਂ ਨੂੰ ਧਾਰਨ ਕਰਨ ਵਾਸਤੇ ਕੀ ਕਰਨ ਦੀ ਜ਼ਰੂਰਤ ਹੈ। ਜੋਤ ਤੇ ਜੁਗਤ ਦਾ ਜਿਹੜਾ ਸੁਮੇਲ ਸਤਿਗੁਰੂ ਜੀ ਨੇ ਸਾਡੇ ਵਾਸਤੇ ਇੱਕ ਰੱਖਿਆ ਸੀ ਸਾਹਮਣੇ, ਸਾਡੇ ਇਹ ਮਾਡਲ ਦਿੱਤਾ ਸੀ ਜੋਤ ਤੇ ਜੁਗਤ ਦਾ, ਉਹਦੇ ਸੰਬੰਧ ਵਿੱਚ ਅਸੀਂ ਇੰਨੇ ਅਗਿਆਨੀ ਹੋ ਗਏ। ਜੋਤ ਰੂਪ ਦੇ ਵਿੱਚ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਆਪਣਾ ਮੰਨ ਲਿਆ, ਜੁਗਤ ਰੂਪ ਵਿੱਚ ਗੁਰੂ ਖਾਲਸਾ ਪੰਥ ਨੂੰ ਆਪਣਾ ਗੁਰੂ ਨਹੀਂ ਸਵੀਕਾਰ ਕੀਤਾ। ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਜੋਤ ਦਾ ਆਸਰਾ ਲੈ ਕੇ, ਉਹਦੇ ਆਸਰੇ ਦੇ ਅਧੀਨ
ਤਰ੍ਹਾਂ ਤਰ੍ਹਾਂ ਦੇ ਡੇਰੇਦਾਰਾਂ ਨੇ, ਪਖੰਡੀ ਸਾਧਾਂ ਨੇ, ਭੇਖੀਆਂ ਨੇ ਆਪਣੇ ਆਪ ਨੂੰ ਖਾਲਸੇ ਦੀ ਜੁਗਤ ਹੋਣ ਦਾ ਭਰਮ ਸੰਗਤਾਂ ਵਿੱਚ ਪਾ ਕੇ ਆਪਣੇ ਹਲਵੇ ਮੰਡੇ ਦਾ ਪ੍ਰਬੰਧ ਕਰ ਲਿਆ। ਇਹ ਅਸੀਂ ਅੱਜ ਤੱਕ ਜੇ ਇਹ ਜੋਤ ਤੇ ਜੁਗਤ ਵਾਲੀ ਗੱਲ ਨਹੀਂ ਕਰ ਸਕੇ ਤੇ ਸਾਨੂੰ ਇਹ ਕੀ ਕਰਨਾ ਚਾਹੀਦਾ ਹੈ ਤਾਂ ਕਿ ਇਸ ਗੱਲ ਤੋਂ ਅਸੀਂ ਆਪਣੀ ਜਿਹੜੀ ਸਾਡੀ ਅੱਜ ਦਾ ਸਿੱਖ ਸਮਾਜ ਹੈ, ਪੰਥ ਹੈ ਜਿਹੜਾ, ਉਹਨੂੰ ਅਸੀਂ ਜਾਣੂ ਕਰਵਾ ਸਕੀਏ। ਇਹੋ ਜਿਹਾ ਕੁਝ ਇੱਕ ਸਵਾਲ ਹੈ। ਬਾਕੀ ਮੈਂ ਆਸ ਕਰੂੰਗਾ ਕਿ ਉੱਥੇ ਜਦੋਂ ਸੱਜਣ ਵਿਚਾਰ ਕਰਨਗੇ, ਉਹਨਾਂ ਦੇ ਜਿਹੜੇ ਸਵਾਲ ਹੋਣਗੇ ਉਹਨਾਂ ਦੇ ਉੱਤੇ ਆਪਾਂ ਵਾਪਸ ਵਿਚਾਰ ਕਰਾਂਗੇ। ਆਓ ਆਪਾਂ ਕੁਝ ਮਿੰਟਾਂ ਵਾਸਤੇ ਗੁਰਦੁਆਰਾ ਸਿੱਖ ਸੰਗਤ ਈਸਟ ਲੰਡਨ ਲੇਟਨ ਵਿਖੇ ਚਲੀਏ। ਉੱਥੇ ਸਿੱਖ ਚੈਨਲ ਦੀ ਪ੍ਰੋਡਕਸ਼ਨ ਟੀਮ ਜਗਜੀਤ ਸਿੰਘ ਹੋਰਾਂ ਦੀ ਅਗਵਾਈ ਵਿੱਚ ਪਹੁੰਚੀ ਹੋਈ ਹੈ। ਉਹਨਾਂ ਦੀ ਗੱਲਬਾਤ ਤੋਂ ਬਾਅਦ ਆਪਾਂ ਦੁਬਾਰਾ ਫਿਰ ਸਟੂਡੀਓ ਦੇ ਵਿੱਚ ਆਉਂਦੇ ਹਾਂ।